सब जग उपजया कौन भले कौ मंदे। ਅਕਾਲ ਪੁਰਖ ਦੇ ਸਿਫਤ ਸਲਾਹ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਹੈ। ਸਾਧ ਸੰਗਤ ਜੀ ਅੱਜ ਇੱਕ ਖਾਸ ਦਿਹਾੜਾ ਹੈ। ਅੱਜ ਮਦਰਸ ਡੇ ਹੈ। ਮਾਂ ਹਰ ਮਨੁੱਖ ਦੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ। ਜਦ ਬੱਚੇ ਦਾ ਜਨਮ ਹੁੰਦਾ ਹੈ ਤਦ ਤੋਂ ਲੈ ਕੇ ਹਰ ਪਲ ਹਰ ਵੇਲੇ ਜਿਸ ਦੀ ਨਜ਼ਰ ਹਮੇਸ਼ਾ ਉਸ ਬੱਚੇ ਤੇ ਜਾਂ ਉਸ ਵੱਡੇ ਹੋਏ ਮਨੁੱਖ ਤੇ ਬਣੀ ਰਹਿੰਦੀ ਹੈ, ਉਹ ਹੁੰਦੀ ਹੈ ਮਾਂ ਦੀ। ਕਹਿੰਦੇ ਨੇ ਕਿ ਪਰਮਾਤਮਾ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਤੇ ਮਾਂ ਨੂੰ ਭੇਜ ਦਿੰਦਾ ਹੈ। ਇਸ ਨਾਲ ਮਾਂ ਨੂੰ ਪਰਮਾਤਮਾ ਦਾ ਇੱਕ ਦੂਤ ਜਾਂ ਕਹਿ ਸਕਦੇ ਹਾਂ ਪਰਮਾਤਮਾ ਦਾ ਇੱਕ ਰੂਪ ਦੇ ਵਜੋਂ ਹੀ ਜਾਣਿਆ ਜਾਂਦਾ ਹੈ। ਤੇ ਇਸ ਖਾਸ ਦਿਹਾੜੇ ਦੀ ਸਭ ਤੋਂ ਪਹਿਲਾਂ ਤੋਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਤੇ ਅੱਜ ਅਸੀਂ ਆਪਣੀ ਧਰਮ ਵਿਚਾਰ ਵਿੱਚ ਕੋਸ਼ਿਸ਼ ਕਰਾਂਗੇ ਕਿ ਮਾਂ ਦੇ ਰੋਲ ਬਾਰੇ ਸਮਝ ਸਕੀਏ, ਮਾਂ ਦੇ ਕਿਰਦਾਰ ਬਾਰੇ ਸਮਝ ਸਕੀਏ ਤੇ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਅੱਜ ਦੇ ਸਮਾਜ ਵਿੱਚ ਵੀ ਰਹਿ ਕੇ ਮਾਂ ਦਾ ਮਨੁੱਖ ਦੇ ਜੀਵਨ ਵਿੱਚ ਕਿੰਨਾ ਮਹੱਤਵ ਹੈ। ਤੇ ਸਾਧ ਸੰਗਤ ਜੀ ਅੱਜ ਇਸ ਪੂਰੇ ਵਿਸ਼ੇ ਤੇ ਅਸੀਂ ਖੁੱਲ੍ਹ ਕੇ ਵਿਆਖਿਆ ਕਰਾਂਗੇ, ਵਿਚਾਰ ਕਰਾਂਗੇ ਤੇ ਨਾਲ ਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਸ਼੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਵਿਚਾਰ ਨੂੰ ਸਰਵਣ ਕਰਾਂਗੇ, ਨਾਲ ਹੀ ਕਰਾਂਗੇ ਗੁਰੂ ਘਰ ਦੇ ਦਰਸ਼ਨ। ਇਸ ਤੋਂ ਇਲਾਵਾ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਦੇਵਾਂਗੇ ਜਵਾਬ। ਤੇ ਅੱਜ ਦੇ ਇਸ ਪੂਰੇ ਇੱਕ ਓਂਕਾਰ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਮੌਜੂਦ ਨੇ ਗਿਆਨੀ ਗੁਰਲਾਲ ਸਿੰਘ ਜੀ ਤੇ ਪ੍ਰਭਜੋਤ ਕੌਰ ਜੀ ਸਾਡੇ ਕੋਲ ਚੰਡੀਗੜ੍ਹ ਤੋਂ ਮੌਜੂਦ ਹੋਣਗੇ ਇਸ ਵਿਸ਼ੇਸ਼ ਚਰਚਾ ਦੇ ਲਈ। ਤੇ ਗੁਰਲਾਲ ਸਿੰਘ ਤੁਹਾਡੇ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਸਾਧ ਸੰਗਤ ਜੀ ਹੁਣ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਸ਼੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਵਿਚਾਰ ਨੂੰ ਸ਼ਰਵਣ ਕਰਦੇ ਹਾਂ ਤੇ ਕੋਸ਼ਿਸ਼ ਕਰਨੇ ਹਾਂ ਕਿ ਅਸੀਂ ਹੁਕਮਨਾਮੇ ਦੇ ਅਰਥ ਨੂੰ ਸਮਝ ਸਕੀਏ ਤੇ ਉਸ ਤੇ ਅਮਲ ਕਰ ਸਕੀਏ। ਆਓ ਸ਼ਰਵਣ ਕਰਦੇ ਹਾਂ ਗੁਰ ਪ੍ਰਸਾਦ ਰੂਪੀ ਪਾਵਨ ਹੁਕਮਨਾਮਾ। ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਨਾਸਰੀ ਮਹਿਲਾ ਪਹਿਲਾ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਨਹਾਰਾ, ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗੰਮ ਅਗੋਚਰ, ਜੀਵਾ ਸੱਚੀ ਨਾਈ। ਅੱਜ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਨੇ ਤਰੁੱਠ ਕੇ ਜੋ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਈ ਹੈ, ਇਹ ਪਾਵਨ ਪਵਿੱਤਰ ਸ਼ਬਦ ਧਨਾਸਰੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਗੁਰੂ ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਐ ਪ੍ਰਮਾਤਮਾ ਜਦੋਂ ਮੈਂ ਤੇਰਾ ਨਾਮ ਸੁਣਦਾ ਹਾਂ ਤੇ ਮੈਨੂੰ ਆਤਮਕ ਆਨੰਦ ਆਤਮਕ ਖੁਸ਼ੀ ਪ੍ਰਾਪਤ ਹੁੰਦੀ ਹੈ। ਤੇਰਾ ਐ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਵਾਹਿਗੁਰੂ, ਤੇਰਾ ਨਾਮ ਸੱਚਾ ਹੈ ਤੇ ਤੇਰੇ ਗੁਣਾਂ ਨੂੰ ਜੀਵ ਗਾਉਂਦੇ ਹਨ। ਗੁਰੂ ਤੋਂ ਗਿਆਨ ਮਿਲਿਆ ਇਹ ਸਮਝ ਆਈਏ ਕਿ ਹੇ ਪ੍ਰਮਾਤਮਾ ਤੂੰ ਸਿਰਜਣਹਾਰ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬਣਾਉਣ ਵਾਲਾ ਹੈ ਅਤੇ ਸਾਰੀ ਨੂੰ ਹੀ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਸਾਰਾ ਤੇਰੇ ਹੱਥ ਵਿੱਚ ਹੈ। ਪਰਵਾਨਾ ਆਇਆ ਹੁਕਮ ਪਠਾਇਆ, ਉਸ ਮਾਲਕ ਦੇ ਘਰ ਦੇ ਵਿੱਚੋਂ ਜਦੋਂ ਜੀਵ ਨੂੰ ਸੱਦਾ ਆਉਂਦਾ ਹੈ, ਮੌਤ ਦਾ ਸੁਨੇਹਾ ਆਉਂਦਾ ਹੈ, ਫਿਰ ਉਸ ਸੁਨੇਹੇ ਨੂੰ ਫੇਰ ਨਾ ਸਕੈ ਕੋਈ। ਆਏ ਹੋਏ ਸੁਨੇਹੇ ਨੂੰ ਕੋਈ ਟਾਲ ਨਹੀਂ ਸਕਦਾ। ਉਹ ਪ੍ਰਮਾਤਮਾ ਆਪ ਹੀ ਸਾਨੂੰ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਲੇਖਾ ਹੁੰਦਾ ਹੈ, ਉਹਦੇ ਅਨੁਸਾਰ ਸਾਨੂੰ ਉਹ ਪ੍ਰਮਾਤਮਾ ਆਪ ਹੀ ਉਸ ਲੇਖੇ ਦੇ ਅਨੁਸਾਰ ਫਲ ਮਿਲਦਾ ਹੈ ਤੇ ਆਪ ਹੀ ਕਿਰਪਾ ਕਰਕੇ ਉਹ ਸਾਨੂੰ ਜੀਵਾਂ ਨੂੰ ਸਮਝ ਬਖਸ਼ਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਹੇ ਨਾਨਕ ਆਖ
ਕਿ ਉਹ ਪ੍ਰਮਾਤਮਾ ਇਹੋ ਜਿਹਾ ਹੈ ਕਿ ਸਾਡੇ ਜੀਵਾਂ ਦੇ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਪ੍ਰਮਾਤਮਾ ਅਪਹੁੰਚ ਹੈ ਤੇ ਜਿਹੜੇ ਜੀਵ ਉਹਦੇ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹ ਉਸ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਲੀਨ ਹੋਏ ਰਹਿੰਦੇ ਹਨ। ਤੁਮ ਸਰ ਅਵਰ ਨਾ ਕੋਈ ਆਇਆ ਜੈਸੀ ਜੀਓ, ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ। ਗੁਰ ਭਰਮ ਚੁਕਾਏ ਅਕਥ ਕਥਾਏ, ਸੱਚ ਮੈਂ ਸਾਚ ਸਮਾਣਾ। ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਅਵਰ ਨ ਦੂਜਾ, ਨਾਮ ਤੇਰੇ ਵਡਿਆਈ। ਤੇ ਇਹ ਪ੍ਰਮਾਤਮਾ ਤੇਰੇ ਬਰਾਬਰ ਹੋਰ ਇਸ ਦੁਨੀਆ ਤੇ ਕੋਈ ਵੀ ਨਹੀਂ, ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਿੰਨੇ ਵੀ ਜੀਵ ਇਸ ਸੰਸਾਰ ਦੇ ਵਿੱਚ ਆਉਂਦੇ ਹਨ ਉਹ ਇਸ ਸੰਸਾਰ ਦੇ ਵਿੱਚ ਆ ਕੇ ਚਲੇ ਜਾਂਦੇ ਨੇ, ਉਹਨਾਂ ਦਾ ਆਉਣ ਜਾਣ ਲੱਗਾ ਰਹਿੰਦਾ ਹੈ ਤੇ ਤੇਰੇ ਹੁਕਮ ਦੇ ਅਨੁਸਾਰ ਹੀ ਜੀਵ ਦਾ ਨਿਬੇੜਾ ਹੁੰਦਾ ਹੈ। ਜਿਨ੍ਹਾਂ ਦੇ ਤੂੰ ਭਰਮ ਚੁਕਾ ਦੇਣਾ ਹੈ, ਜਿਨ੍ਹਾਂ ਦੇ ਅੰਦਰੋਂ ਤੂੰ ਭਰਮ ਖਤਮ ਕਰ ਦੇਣਾ ਹੈ, ਉਹ ਫਿਰ ਤੇਰੀ ਸਿਫਤੋ ਸਲਾਹ ਦੇ ਵਿੱਚ ਜੁੜੇ ਰਹਿੰਦੇ ਹਨ, ਤੇਰੇ ਚਰਨਾਂ ਦੇ ਵਿੱਚ ਲੀਨ ਰਹਿੰਦੇ ਹਨ। ਤੂੰ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਆਪਣੇ ਹੁਕਮ ਦੇ ਅਨੁਸਾਰ ਹੀ ਤੂੰ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ। ਜਿਨ੍ਹਾਂ ਦੇ ਉੱਤੇ ਤੇਰੀ ਬਖਸ਼ਿਸ਼ ਹੁੰਦੀ ਏ ਉਹ ਫਿਰ ਤੇਰੇ ਨਾਲ ਡੂੰਘੀ ਜਾਣ ਪਛਾਣ, ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ। ਕਹਿੰਦੇ ਇਹ ਪ੍ਰਮਾਤਮਾ ਤੇਰੀ ਸਿਫਤ ਸਲਾਹ ਦੀ ਦਾਤ ਗੁਰੂ ਤੋਂ ਪ੍ਰਾਪਤ ਹੋਈ ਹੈ ਤੇ ਤੂੰ ਅਖੀਰਲੇ ਵੇਲੇ ਜੀਵ ਦੀ ਸਹਾਇਤਾ ਕਰਦਾ ਹੈ, ਹਰ ਵੇਲੇ ਜੀਵ ਦੀ ਸਹਾਇਤਾ ਕਰਦਾ ਹੈ। ਹੇ ਨਾਨਕ ਆਖ ਕਿ ਉਹ ਪ੍ਰਮਾਤਮਾ ਵਾਹਿਗੁਰੂ ਸਾਹਿਬ ਉਹਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ। ਇਹ ਤੇਰੇ ਨਾਮ ਦੀ ਵਡਿਆਈ ਹੈ। ਜਿਹੜੇ ਜੀਵ ਤੇਰੇ ਨਾਮ ਦੇ ਨਾਲ ਜੁੜਦੇ ਨੇ ਫਿਰ ਉਹ ਜੀਵ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ। ਐ ਪ੍ਰਮਾਤਮਾ ਤੂੰ ਸੱਚਾ ਸਿਰਜਣਹਾਰ ਹੈ, ਤੂੰ ਅਲਖ ਹੈ, ਤੈਨੂੰ ਲਖਿਆ ਨਹੀਂ ਜਾ ਸਕਦਾ। ਤੂੰ ਸਾਰੇ ਜੀਵਾਂ ਨੂੰ ਸਿਰਜਣ ਵਾਲਾ ਹੈ, ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਏਕ ਸਾਹਿਬ ਦੋਏ ਰਾਹ ਵਾਦ ਵਦੰਦਿਆ ਜੀਓ। ਤੂੰ ਮਾਲਕ ਇੱਕ ਹੈ ਪਰ ਦੋ ਤੂੰ ਰਾਹ ਚਲਾਏ ਨੇ, ਇੱਕ ਜਨਮ ਦਾ ਤੇ ਇੱਕ ਮਰਨ ਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੇਰੇ ਹੁਕਮ ਦੇ ਵਿੱਚ ਜੀਵ ਜੰਮਦੇ ਹਨ, ਤੇਰੇ ਹੁਕਮ ਦੇ ਵਿੱਚ ਹੀ ਜੀਵ ਇਸ ਸੰਸਾਰ ਤੋਂ ਜਾਂਦੇ ਨੇ, ਮਰਦੇ ਹਨ। ਜਨਮ ਮਰਨ ਦਾ ਰਾਹ ਇਹ ਦੋ ਰਾਹ ਤੂੰ ਚਲਾਏ ਹਨ। ਵਾਦ ਵਧੰਦਿਆ ਜੀਓ। ਤੇ ਜਿਹੜੇ ਆਪਸ ਦੇ ਵਿੱਚ ਜਿਹੜੇ ਇਹ ਜੀਵ ਦੇ ਅੰਦਰ ਝਗੜੇ ਪਏ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੇ, ਉਹ ਵੀ ਤੂੰ ਆਪ ਹੀ ਜੀਵ ਦੇ ਅੰਦਰ ਪਾਏ ਨੇ। ਉਹਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੰਸਕਾਰਾਂ ਦੇ ਮੁਤਾਬਕ ਦੋਏ ਰਾਹ ਚਲਾਏ ਹੁਕਮ ਸਬਾਏ। ਜਨਮ ਮੁਆ ਸੰਸਾਰਾ। ਇਹ ਜਨਮ ਮਰਨ ਦਾ ਤੂੰ ਇਹ ਜਿਹੜੇ ਦੋ ਰਾਹ ਚਲਾਏ ਹਨ ਇਹ ਤੇਰੇ ਹੁਕਮ ਦੇ ਅਨੁਸਾਰ ਚੱਲਦੇ ਨੇ ਤੇ ਸੰਸਾਰ ਦੇ ਜੀਵ ਜੰਮਦੇ ਹਨ ਅਤੇ ਮਰਦੇ ਹਨ। ਨਾਮ ਬਿਨਾ ਨਾਹੀ ਕੋ ਬੇਲੀ, ਬੇਖਲਾਦੀ ਸਿਰ ਭਾਰਾ। ਕਹਿੰਦੇ ਜੀਵ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਕਿ ਨਾਮ ਤੋਂ ਬਗੈਰ ਕੋਈ ਵੀ ਜੀਵ ਦਾ ਬੇਲੀ ਨਹੀਂ, ਕੋਈ ਵੀ ਸਾਥੀ ਨਹੀਂ। ਜੀਵ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਤੇ ਜੀਵ ਇਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਵਿਕਾਰਾਂ ਦਾ ਭਾਰ ਆਪਣੇ ਸਿਰ ਦੇ ਉੱਤੇ ਚੁੱਕੀ ਜਾਂਦਾ ਹੈ, ਭਾਵ ਕਿ ਔਗਣ ਦਿਨੋਂ ਦਿਨ ਵਧਦੇ ਜਾਂਦੇ ਹਨ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨਹਾਰਾ। ਤੇ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਉਂਦਾ ਹੈ, ਪਰ ਕਮਾਲ ਦੀ ਗੱਲ ਹੈ ਕਿ ਉਸ ਪਰਮਾਤਮਾ ਵਾਹਿਗੁਰੂ ਦਾ ਇਹ ਹੁਕਮ ਬੁੱਝਦਾ ਨਹੀਂ, ਸਮਝਦਾ ਨਹੀਂ। ਤੇ ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਜੀਵ ਉਸ ਪਰਮਾਤਮਾ ਵਾਹਿਗੁਰੂ ਦੇ ਰਜ਼ਾ ਦੇ ਵਿੱਚ ਚੱਲਦਾ
ਤੇ ਉਹਨਾਂ ਦੇ ਜੀਵਨ ਨੂੰ ਪ੍ਰਮਾਤਮਾ ਆਪ ਸਵਾਰਦਾ ਹੈ। ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣਹਾਰਾ। ਤੇ ਕਹਿੰਦੇ ਹੈ ਨਾਨਕ ਆਖ, ਜਿਨ੍ਹਾਂ ਦੇ ਉੱਤੇ ਸਾਹਿਬ ਦੀ ਮਾਲਕ ਦੀ ਕਿਰਪਾ ਹੋ ਜਾਂਦੀ ਏ, ਉਹਨਾਂ ਜੀਵਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਉਹ ਪ੍ਰਮਾਤਮਾ ਜੋੜਦਾ ਹੈ। ਤੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਸਿਰਜਣਹਾਰ ਹੈ, ਉਹ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਤੇ ਕਹਿੰਦੇ ਹੈ ਪ੍ਰਮਾਤਮਾ ਵਾਹਿਗੁਰੂ, ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਸ਼ੋਭਦੇ ਹਨ। ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ। ਫਿਰ ਜਿਹੜੇ ਉਹਨਾਂ ਦੇ ਮੁਖ ਦੇ ਵਿੱਚੋਂ ਬਚਨ ਨਿਕਲਦੇ ਨੇ, ਉਹ ਅੰਮ੍ਰਿਤ ਬਾਣ, ਅੰਮ੍ਰਿਤ ਵਰਗੇ ਮਿੱਠੇ ਬਚਨ ਹੁੰਦੇ ਨੇ। ਰਸਨ ਰਸਾਏ, ਉਹ ਆਪਣੀ ਰਸਨਾ ਦੇ ਉੱਤੇ, ਮਨ ਦੇ ਉੱਤੇ ਇੰਨਾ ਰਸ ਅੰਦਰ ਆ ਜਾਂਦਾ ਹੈ। ਨਾਮ ਤੇ ਸਾਏ, ਤੇ ਹਰ ਵੇਲੇ ਨਾਮ ਦੀ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ। ਗੁਰ ਕੈ ਸ਼ਬਦ ਵਿਕਾਣੇ, ਤੇ ਗੁਰੂ ਦੇ ਸ਼ਬਦ ਦੇ ਨਾਲ ਹਰ ਵੇਲੇ ਉਹ ਜੁੜੇ ਰਹਿੰਦੇ ਹਨ। ਪਾਰਸ ਪਰਸਿਐ ਪਾਰਸ ਹੋਏ, ਜਾਂ ਤੇਰੇ ਮਨ ਭਾਣੈ। ਤੇ ਕਹਿੰਦੇ ਐ ਪ੍ਰਮਾਤਮਾ, ਜਿਹੜੇ ਜੀਵ ਤੈਨੂੰ ਚੰਗੇ ਲੱਗਦੇ ਹਨ, ਉਹਨਾਂ ਦੇ ਉੱਤੇ ਤੇਰੀ ਬਖਸ਼ਿਸ਼ ਹੁੰਦੀ, ਉਹਨਾਂ ਦਾ ਮਿਲਾਪ ਗੁਰੂ ਪਾਰਸ ਦੇ ਨਾਲ ਹੁੰਦਾ ਹੈ। ਤੇ ਗੁਰੂ ਪਾਰਸ ਦੇ ਨਾਲ ਮਿਲਾਪ ਹੁੰਦਾ ਹੈ। ਤੇ ਜਿਹੜੇ ਜੀਵ ਪਹਿਲਾਂ ਇੱਕ ਮਨੂਰ ਲੋਹੇ, ਗਲੇ ਸੜੇ ਲੋਹੇ ਵਰਗੇ ਹੁੰਦੇ ਹਨ, ਜਦੋਂ ਉਹ ਗੁਰੂ ਪਾਰਸ ਨੂੰ ਮਿਲਦੇ ਨੇ ਤੇ ਉਹ ਵੀ ਪਾਰਸ ਹੋ ਜਾਂਦੇ ਹਨ। ਜਿਵੇਂ ਗੁਰਬਾਣੀ ਦੇ ਪਾਵਨ ਬਚਨ ਨੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਗਲਿਆ ਸੜਿਆ ਲੋਹਾ ਹੋਵੇ, ਭਾਵ ਕਿ ਔਗਣਾ ਦੇ ਨਾਲ ਭਰਿਆ ਹੋਇਆ ਮਨੁੱਖ ਦਾ ਜੀਵਨ ਹੋਵੇ, ਤੇ ਉਹ ਜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਵੇ, ਗੁਰੂ ਨਾਲ ਜੁੜ ਜਾਵੇ, ਤੇ ਉਹ ਜੀਵ ਫਿਰ ਸੋਨੇ ਵਰਗਾ, ਪਾਰਸ ਵਰਗਾ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ। ਤੇ ਜਿਹੜਾ ਗੁਰੂ ਦੇ ਦੁਆਰਾ ਗਿਆਨ ਪ੍ਰਾਪਤ ਕਰਦਾ ਹੈ ਤੇ ਆਪਣੇ ਆਪੇ ਭਾਵ ਨੂੰ ਗਵਾਉਂਦਾ ਹੈ, ਉਹ ਅਮਰਾ ਪਦ, ਭਾਵ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜਿਹੜੀ ਪਦਵੀ ਦੇ ਵਿੱਚ ਉਹਦਾ ਕਦੀ ਆਤਮਕ ਮੌਤ ਨਹੀਂ ਹੁੰਦੀ, ਆਤਮਕ ਮੌਤੇ ਨਹੀਂ ਮਰਦਾ। ਉਹ ਅਮਰਾ ਪਦ, ਉਹ ਉੱਚੀ ਅਵਸਥਾ, ਉਹ ਆਤਮਕ ਪਵਿੱਤਰ ਉੱਚੀ ਅਵਸਥਾ ਦੀ ਪ੍ਰਾਪਤੀ ਕਰ ਲੈਂਦਾ ਹੈ। ਨਾਨਕ ਭਗਤ ਸੋਹਣ ਦਰ ਸਾਚੈ, ਸਾਚੇ ਕੇ ਵਾਪਾਰੀ। ਕਹਿੰਦੇ ਹੈ ਨਾਨਕ ਆਖ ਕਿ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਦਰ ਦੇ ਉੱਤੇ ਸ਼ੋਭਦੇ ਹਨ, ਉਹਨੂੰ ਚੰਗੇ ਲੱਗਦੇ ਨੇ। ਤੇ ਉਹ ਇਸ ਵਾਸਤੇ ਚੰਗੇ ਲੱਗਦੇ ਹਨ ਕਿਉਂਕਿ ਉਹ ਸੱਚ ਦੇ ਵਪਾਰੀ ਹੁੰਦੇ ਨੇ, ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਦੇ ਵਪਾਰੀ ਹੁੰਦੇ ਹਨ। ਭੂਖ ਪਿਆਸੋ ਆਥ, ਕਿਉਂ ਦਰ ਜਾਇਸਾ ਜੀਓ। ਕਹਿੰਦੇ ਦੇਖੋ, ਜਿੰਨਾ ਚਿਰ ਤੱਕ ਬੰਦੇ ਦੇ ਅੰਦਰ ਮਾਇਆ ਦੇ ਮੋਹ ਦੀ ਪਿਆਸ ਹੁੰਦੀ ਏ, ਇਹ ਦੁਨਿਆਵੀ ਧਨ ਪਦਾਰਥ ਦੀ ਪਿਆਸ ਹੁੰਦੀ ਏ, ਜਿੰਨਾ ਚਿਰ ਤੱਕ ਬੰਦੇ ਦਾ ਮਨ ਸੰਸਾਰ ਵਾਲੇ ਪਾਸੇ ਨੂੰ ਖਿੱਚਿਆ ਰਹਿੰਦਾ ਹੈ। ਭੂਖ ਪਿਆਸੋ ਆਥ, ਕਿਉਂ ਦਰ ਜਾਇਸਾ ਜੀਓ। ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਵੇਂ ਪ੍ਰਵਾਨ ਹੋ ਸਕਦਾ ਹੈ, ਉਹ ਰੱਬ ਨੂੰ ਕਿਵੇਂ ਪ੍ਰਵਾਨਿਆ ਜਾ ਸਕਦਾ ਹੈ। ਸਤਿਗੁਰ ਪੁੱਛੋਂ ਜਾਏ, ਨਾਮ ਧਿਆਇਸਾ ਜੀਓ। ਕਹਿੰਦੇ ਅਸੀਂ ਸਤਿਗੁਰੂ ਨੂੰ ਪੁੱਛੀਏ। ਮੈਂ ਸਤਿਗੁਰੂ ਨੂੰ ਜਾ ਕੇ ਪੁੱਛਿਆ ਕਿ ਮੇਰੇ ਸਤਿਗੁਰਾ, ਮਾਇਆ ਦੇ ਮੋਹ ਦੇ ਵਿੱਚੋਂ ਨਿਕਲ ਕੇ ਮੈਂ ਕਿਵੇਂ ਰੱਬ ਦੇ ਘਰ ਪ੍ਰਵਾਨ ਹੋਵਾਂ। ਤੇ ਗੁਰੂ ਨੇ ਦੱਸਿਆ, ਪਿਆਰਿਆ ਤੂੰ ਪ੍ਰਮਾਤਮਾ ਦਾ ਨਾਮ ਧਿਆਇਆ ਕਰ, ਉਹਨੂੰ ਚੇਤੇ ਕਰਿਆ ਕਰ। ਚੇਤੇ ਕਰਦਾ ਕਰਦਾ ਇੱਕ ਦਿਨ ਉਹਦੇ ਘਰੇ ਪ੍ਰਵਾਨਿਆ ਜਾਵੇਗਾ। ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ। ਕਹਿੰਦੇ ਗੁਰੂ ਦੇ ਆਖੇ ਲੱਗ ਕੇ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕੀਤਾ, ਉਹਨੂੰ ਚੇਤੇ ਕਰਨਾ ਸ਼ੁਰੂ ਕੀਤਾ, ਤੇ ਕਹਿੰਦੇ ਫਿਰ ਇੱਕ ਦਿਨ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਸਾਹਮਣੇ ਰਹਿ ਕੇ, ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਪਛਾਣ ਲਿਆ। ਸੱਚ ਦੇ ਨਾਲ
ਜਾਣ ਪਛਾਣ ਹੋ ਗਈ। ਸੱਚ ਨਾਮ ਧਿਆਈ ਸਾਚ ਚੁਵਾਈ, ਗੁਰਮੁਖ ਸਾਚ ਪਛਾਣਾ। ਦੀਨਾ ਨਾਥ ਦਇਆਲ ਨਿਰੰਜਨ, ਅਨਦਿਨ ਨਾਮ ਵਖਾਣਾ। ਕਹਿੰਦੇ ਫਿਰ ਅਰਦਾਸ ਬੇਨਤੀ ਨਿਕਲੀ ਕਿ ਹੇ ਦੀਨਾ ਦੇ ਨਾਥ, ਹੇ ਗਰੀਬਾਂ ਦੇ ਮਾਲਕ, ਹੇ ਜੀਵਾਂ ਦੇ ਉੱਤੇ ਦਇਆ ਕਰਨ ਵਾਲੇ, ਹੇ ਮਾਇਆ ਦੀ ਕਾਲਖ ਤੋਂ ਪਰੇ ਰਹਿਣ ਵਾਲੇ ਪ੍ਰਮਾਤਮਾ, ਅਰਦਾਸ ਹੈ ਕਿ ਅਨ ਦਿਨ ਨਾਮ ਵਖਾਣਾ। ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਵਾਂ, ਤੈਨੂੰ ਚੇਤੇ ਕਰਦਾ ਰਵਾਂ। ਕਰਨੀ ਕਾਰ ਧੁਰੋ ਫਰਮਾਈ, ਆਪ ਮੁੱਠਾ ਮਨ ਮਾਰੀ। ਕਹਿੰਦੇ ਜਦੋਂ ਉਸ ਰੱਬ ਦੇ ਘਰ ਦੇ ਵਿੱਚੋਂ ਬਖਸ਼ਿਸ਼ ਹੁੰਦੀ ਹੈ ਨਾ, ਤੇ ਉਹ ਜੀਵ ਫਿਰ ਗੁਰੂ ਦੇ ਪਿੱਛੇ ਲੱਗ ਕੇ ਆਪ ਮੁਆ, ਆਪਣੇ ਆਪ ਨੂੰ ਮਾਰ ਲੈਂਦਾ ਹੈ, ਆਪਣੇ ਆਪੇ ਭਾਵ ਨੂੰ ਮਾਰ ਲੈਂਦਾ ਹੈ, ਆਪਣੀ ਸੋਚ ਨੂੰ ਖਤਮ ਕਰਦਾ, ਆਪਣੀ ਮਤ ਨੂੰ ਖਤਮ ਕਰਦਾ ਹੈ। ਮਨ ਮਾਰੀ ਤੇ ਆਪਣੇ ਮਨ ਨੂੰ ਮਾਰ ਲੈਂਦਾ ਹੈ। ਜਿਵੇਂ ਬਾਣੀ ਦੇ ਪਾਵਨ ਪਵਿੱਤਰ ਬਚਨ ਹਨ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਤੁਸੀਂ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਮਾਰ ਲਵੋ ਤੇ ਫਿਰ ਸਦਾ ਵਾਸਤੇ ਆਤਮਿਕ ਜੀਵਨ ਮਿਲ ਜਾਵੇਗਾ। ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਦੀ ਕਿਰਪਾ ਹੋਈ। ਨਾਨਕ ਨਾਮ ਮਹਾ ਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਕਹਿੰਦੇ ਹੇ ਨਾਨਕ ਆਖ ਕਿ ਗੁਰੂ ਦੀ ਕਿਰਪਾ ਨਾਲ ਜਦੋਂ ਆਪਣੇ ਮਨ ਨੂੰ ਮਾਰ ਲਿਆ ਨਾ, ਤੇ ਉਸ ਵੇਲੇ ਫਿਰ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਪਰਮਾਤਮਾ ਦੇ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਿਆ, ਤੇ ਇਹ ਨਾਮ ਦੇ ਵਿੱਚੋਂ ਇਹੋ ਜਿਹਾ ਰਸ ਆਇਆ ਕਿ ਇਹਨੇ ਅੰਦਰ ਦੀ ਸਾਰੀ ਪਿਆਸ ਖਤਮ ਕਰ ਦਿੱਤੀ, ਇਹਨੇ ਅੰਦਰੋਂ ਤ੍ਰਿਸ਼ਨਾ ਖਤਮ ਕਰ ਦਿੱਤੀ। ਇਹੋ ਜਿਹਾ ਸੰਤੋਖ ਬਖਸ਼ ਦਿੱਤਾ ਕਿ ਫਿਰ ਜੀਵ ਸਦਾ ਵਾਸਤੇ ਹੀ ਤ੍ਰਿਪਤ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਸ ਪਾਵਨ ਪਵਿੱਤਰ ਹੁਕਮ ਦੀ ਸਾਨੂੰ ਸਮਝ ਆਵੇ ਤੇ ਸਾਡੇ ਜੀਵਨ ਦਾ, ਨਿੱਜੀ ਜੀਵਨ ਦਾ ਹਿੱਸਾ ਬਣੇ ਜੀ। ਏਸੀਐਸ ਦਾ ਪਾਵਨ ਹੁਕਮਨਾਮਾ ਜਿਹੜਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਨੂੰ ਅੱਜ ਬਖਸ਼ਿਸ਼ ਹੋਇਆ ਜੀ। ਸਾਧ ਸੰਗਤ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਕਮਨਾਮੇ ਦੇ ਅਰਥਾਂ ਨੂੰ ਆਪਣੇ ਮਨ ਵਿੱਚ ਵਸਾ ਸਕੀਏ ਤੇ ਉਸ ਨੂੰ ਅਮਲੀ ਤੌਰ ਤੇ ਵੀ ਆਪਣੀ ਜ਼ਿੰਦਗੀ ਤੇ ਅਪਣਾਈਏ। ਤੇ ਆਓ ਸਾਧ ਸੰਗਤ ਜੀ, ਹੁਕਮਨਾਮੇ ਦੇ ਵਿਚਾਰ ਤੋਂ ਬਾਅਦ ਮਾਂ ਜਿਹੜਾ ਇਹ ਸ਼ਬਦ ਹੈ, ਇਹੀ ਜਦ ਅਸੀਂ ਆਪਣੇ ਮੁਖ ਤੋਂ ਉਚਾਰਨ ਕਰਦੇ ਹਾਂ ਤਦ ਸਾਡੇ ਮਨ ਵਿੱਚ ਇੱਕ ਅਸੀਮ, ਅਸੀਂ ਕਹਿ ਸਕਦੇ ਹਾਂ, ਸ਼ੀਤਲਤਾ ਦਾ ਅਹਿਸਾਸ ਹੁੰਦਾ ਹੈ। ਜੇਕਰ ਕੋਈ ਆਪਣੀ ਸਮੱਸਿਆ ਵਿੱਚ ਵੀ ਅੜਿਆ ਹੋਏ, ਕੋਈ ਖੂਬ ਪਰੇਸ਼ਾਨ ਹੋਏ, ਤਦ ਜੀ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਯਾਦ ਕਰਦਾ ਹੈ, ਕਿਉਂਕਿ ਮਾਂ ਦਾ ਜਿਹੜਾ ਪਿਆਰ ਹੈ ਉਹ ਨਿਸਵਾਰਥ ਹੈ, ਨਿਸ਼ਕਾਮ ਹੈ। ਉਹ ਜਦ ਆਪਣੇ ਬੱਚੇ ਨਾਲ ਪਿਆਰ ਕਰਦੀ ਹੈ ਤਦ ਉਸਦਾ ਕੋਈ ਨਿੱਜੀ ਸਵਾਰਥ ਉਹਦੇ ਪਿੱਛੇ ਨਹੀਂ ਹੁੰਦਾ। ਬਸ ਆਪਣੇ ਬੱਚੇ ਦੀ ਭਲਾਈ ਦੇ ਲਈ, ਆਪਣੇ ਬੱਚੇ ਦੇ ਸਹੀ ਭਵਿੱਖ ਵਾਸਤੇ ਹੀ ਉਹ ਆਪਣਾ ਪੂਰਾ ਦਾ ਪੂਰਾ ਜੀਵਨ ਨਿਛਾਵਰ ਕਰ ਦਿੰਦੀ ਹੈ। ਤੇ ਅੱਜ ਅਸੀਂ ਇੱਥੇ ਮਦਰਸ ਡੇ ਅੱਜ ਮਨਾ ਰਹੇ ਹਾਂ। ਪੂਰੇ ਦੇਸ਼ ਵਿੱਚ, ਵਿਦੇਸ਼ਾਂ ਵਿੱਚ, ਹਰ ਜਗ੍ਹਾ ਅੱਜ ਦੇ ਦਿਨ ਮਦਰਸ ਡੇ ਮਨਾਇਆ ਜਾਂਦਾ ਹੈ ਤੇ ਮਾਂ ਦੇ ਕੀਤੇ ਪਰਉਪਕਾਰਾਂ ਨੂੰ ਯਾਦ ਕੀਤਾ ਜਾਂਦਾ ਹੈ। ਤੇ ਇਸ ਖਾਸ ਮੌਕੇ ਜਿੱਥੇ ਸਾਡੇ ਨਾਲ ਸਟੂਡੀਓ ਵਿੱਚ ਗੁਰਲਾਲ ਸਿੰਘ ਜੀ ਮੌਜੂਦ ਨੇ ਤੇ ਨਾਲ ਦੇ ਨਾਲ ਸਾਡੇ ਨਾਲ ਮੌਜੂਦ ਨੇ ਚੰਡੀਗੜ੍ਹ ਤੋਂ ਪ੍ਰਭਜੋਤ ਕੌਰ ਜੀ, ਜਿਹੜੇ ਇੱਕ ਚੰਗੇ ਲੇਖਿਕਾ ਨੇ, ਕਾਫੀ ਪੁਸਤਕਾਂ ਲਿਖ ਚੁੱਕੇ ਨੇ ਤੇ ਬੀਬੀਆਂ ਤੇ ਵੀ ਕਾਫੀ ਪੁਸਤਕਾਂ ਅਸੀਂ ਕਹਿ ਸਕਦੇ ਲਿਖ ਚੁੱਕੇ ਹਾਂ। ਤੇ ਬੀਬੀ ਪ੍ਰਭਜੋਤ ਕੌਰ ਜੀ, ਤੁਹਾਡਾ ਇੱਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਪ੍ਰਭਜੋਤ ਕੌਰ ਜੀ, ਅਸੀਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਅੱਜ ਅਸੀਂ ਮਦਰਸ ਡੇ ਮਨਾਉਣ ਜਾ ਰਹੇ ਹਾਂ, ਤੇ ਜੇਕਰ ਅਸੀਂ ਮਾਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਤੁਸੀਂ ਮਾਂ ਨੂੰ ਪਰਿਭਾਸ਼ਿਤ ਕਰੋ ਜੀ। ਮਾਂ ਤੇ ਜਦੋਂ ਦੀ ਸਭਿਅਤਾ ਆਰੰਭ ਹੋਈ ਹੈ, ਉਦੋਂ ਤੋਂ ਹੀ ਮਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ। ਸਭ ਤੋਂ ਪਹਿਲੇ ਪੁਰਾਤਨ ਮਨੁੱਖ ਨੇ ਜਦੋਂ ਪਰਮਾਤਮਾ ਦਾ ਰੂਪ ਚਿਤਰਿਆ ਤਾਂ ਉਹ ਮਾਂ ਦੇ ਰੂਪ ਵਿੱਚ ਹੀ ਸੀ। ਮਾਂ ਮਦਰ ਗੋਡੈਸ ਦੀ ਪਰੰਪਰਾ ਸਾਰੇ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਚੱਲੀ ਆ ਰਹੀ ਹੈ, ਪੱਛਮ ਵਿੱਚ ਵੀ ਅਤੇ ਪੂਰਬ ਦੇ ਵਿੱਚ ਵੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਮਾਂ ਹਮੇਸ਼ਾ ਹੀ ਬੜੀ ਮਨੁੱਖ ਦੀ ਜ਼ਿੰਦਗੀ ਵਿੱਚ ਬੜਾ ਇੱਕ ਇੰਪੋਰਟੈਂਟ ਅੰਗ ਰਹੀ ਹੈ, ਇੱਕ ਇੰਪੋਰਟੈਂਟ ਐਂਟੀਟੀ ਰਹੀ ਹੈ। ਤੇ ਮਾਂ ਦਾ ਦਿਨ ਮਨਾਉਣ ਦੀ ਪਰੰਪਰਾ ਜੋ ਹੈ ਉਹ ਪਿਛਲੇ ਕੁਝ ਸਾਲਾਂ ਤੋਂ ਹੀ ਚੱਲੀ ਹੈ, ਕਿਉਂਕਿ ਜਿਉਂ-ਜਿਉਂ ਸਭਿਅਤਾ ਵਿਕਾਸ ਕਰਦੀ ਗਈ
ਤਿਉਂ ਮੇਲ ਗੋਡ ਦੀ ਪਰੰਪਰਾ ਚੱਲ ਪਈ ਅਤੇ ਮਾਂ ਦਾ ਜੋ ਇੰਪੋਰਟੈਂਸ ਹੈ ਉਹ ਦੱਸਣੀ ਬਹੁਤ ਜ਼ਰੂਰੀ ਹੋ ਗਈ। ਸਭ ਤੋਂ ਪਹਿਲਾਂ ਮਾਂ ਦੀ ਇੰਪੋਰਟੈਂਸ ਦੱਸਣ ਦੀ ਜਿਹੜੀ ਅੱਜ ਦੇ ਜ਼ਮਾਨੇ ਦੇ ਵਿੱਚ ਹੈ ਉਹ ਸੀ ਜਦੋਂ ਅਮਰੀਕਾ ਦੇ ਵਿੱਚ ਸਲੇਵਰੀ ਦੇ ਵਿਰੁੱਧ ਜਦੋਂ ਜੰਗ ਚੱਲ ਰਹੀ ਸੀ, ਨਾਰਦਰਨ ਤੇ ਸਦਰਨ ਸਟੇਟਸ ਦੀ ਆਪਸ ਵਿੱਚ ਜੰਗ ਚੱਲ ਰਹੀ ਸੀ, ਤਾਂ ਉਸ ਸਮੇਂ ਇੱਕ ਔਰਤ ਸੀ ਜੂਲੀਆ ਵਾਰਡ, उसने एक संस्था बनाई मदर्स फॉर पीस। आप समझते हो सारे कि जिस वेले भी कोई इहो ਜਿਹੇ हालात बनते हैं, कोई लड़ाई छिड़दी है, तो औरत ही सब तो ज्यादा उसका अपने शरीर उत्ते अते अपने मन दे उत्ते दर्द महसूस करती है अते औरत ही शांति लियाउण दी कोशिश करती है। सो उस समय औरत जूलिया वार्ड ने एक मदर्स फॉर पीस की संस्था बनाई, जो सारे जो सोल्जर सन, सारे जो सिपाही सन नार्दਰਨ ਤੇ ਸਦਰਨ ਸਟੇਟਸ ਦੇ, ਉਹਨਾਂ ਦੀ ਇੱਕੋ ਤਰ੍ਹਾਂ ਸੇਵਾ ਕਰਦੀ ਸੀ ਜ਼ਖਮੀਆਂ ਦੀ ਅਤੇ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਸੰਸਾਰ ਦੇ ਵਿੱਚ ਸ਼ਾਂਤੀ ਹੋਵੇ, ਊਚ ਨੀਚ ਦਾ ਭੇਦਭਾਵ ਖਤਮ ਹੋਏ। ਸੋ ਉਹਨਾਂ ਨੇ ਇਹ ਕੰਮ ਉਦੋਂ ਸ਼ੁਰੂ ਤੇ ਕੀਤਾ, ਪਰ ਮਦਰਸ ਡੇ ਦੀ ਜਿਹੜੀ ਪਰੰਪਰਾ ਸੀ ਉਹ ਉਦੋਂ ਨਹੀਂ ਬਣ ਸਕੀ। ਤਾਂ ਕੁਝ ਸਮੇਂ ਬਾਅਦ ਇੱਕ ਲੇਡੀ ਹੈ ਐਨ ਜਿਬਰਿਸ, ਸੋ ਉਸ ਦੀ ਮਦਰ ਵੀ ਉਸ ਸਮੇਂ ਹੀ ਜੂਲੀਆ ਵਾਰਡ ਦੇ ਨਾਲ ਹੀ ਸੇਵਾ ਕਰ ਰਹੀ ਸੀ। ਤਾਂ ਉਸ ਨੂੰ ਲੱਗਿਆ ਕਿ ਮੈਂ ਆਪਣੀ ਮਾਂ ਦੀ ਯਾਦ ਕਿਉਂ ਨਾ ਮਨਾਵਾਂ। ਉਹ ਔਰਤ ਵੀ ਇਸ ਤਰ੍ਹਾਂ ਹੀ ਜ਼ਖਮੀਆਂ ਦੀ ਸੇਵਾ ਕਰਦੀ ਸੀ ਜਿਵੇਂ ਭਾਈ ਕਨਈਆ ਜੀ ਦੁਸ਼ਮਣਾਂ ਅਤੇ ਆਪਣਿਆਂ ਦੀ ਸੇਵਾ ਬਰਾਬਰ ਕਰਦੇ ਸਨ। ਸੋ ਉਸਨੇ ਪਰੰਪਰਾ ਸ਼ੁਰੂ ਕੀਤੀ। ਪ੍ਰੈਜ਼ੀਡੈਂਟ ਦਾ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਵਿਲਸਨ, ਉਸਨੇ ਇਹ ਛੁੱਟੀ ਉਸ ਦਿਨ ਅਨਾਉਂਸ ਕੀਤੀ ਸਨ 1908 ਦੇ ਵਿੱਚ ਕਿ ਇਸ ਦਿਨ ਸਾਰਾ ਸੰਸਾਰ ਹੈ ਜਿਹੜਾ ਮਦਰਸ ਨੂੰ ਯਾਦ ਕਰਿਆ ਕਰੇਗਾ। ਉਸ ਦਿਨ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ। ਇੱਕ ਸਾਡੇ ਸਮਾਜ ਦੇ ਵਿੱਚ ਵੀ ਇੱਕ ਬੜਾ ਗਾਣਾ ਮਸ਼ਹੂਰ ਹੈ, ਐ ਮਾਂ ਤੇਰੀ ਸੂਰਤ ਸੇ ਅਲੱਗ ਭਗਵਾਨ ਕੀ ਮੂਰਤ ਕਿਆ ਹੋਗੀ। ਸੋ ਮਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਅਤੇ ਇਸ ਸਮੂਹ ਸੰਸਾਰ ਦੇ ਵਿੱਚ ਹੌਲੀ ਹੌਲੀ ਇਹ ਪਰੰਪਰਾ ਸਾਰੇ ਸੰਸਾਰ ਵਿੱਚ ਬਣ ਗਈ। ਸਮੂਹ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਰ ਸਭਿਅਤਾ ਦੇ ਲੋਕ ਮਾਂ ਨੂੰ ਇਸ ਦਿਨ ਯਾਦ ਕਰਦੇ ਹਨ। ਮਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਮਾਂ ਦੇ ਕੀਤੇ ਪਰਉਪਕਾਰਾਂ ਨੂੰ ਯਾਦ ਕਰਦੇ ਹਨ। ਪਰ ਅਫਸੋਸ ਹੈ ਕਿ ਜਿਸ ਔਰਤ ਨੇ ਇਹ ਸ਼ੁਰੂ ਕੀਤਾ ਕੰਮ ਮਦਰਸ ਡੇ ਮਨਾਉਣ ਦਾ, ਉਸ ਨੂੰ ਹੀ ਅਫਸੋਸ ਹੋਇਆ ਕਿ ਇਸ ਦਿਨ ਨੂੰ ਕਮਰਸ਼ੀਅਲ ਇੰਟਰਸਟ ਵਾਲੇ ਲੋਕ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਉਸ ਨੇ ਅਫਸੋਸ ਪ੍ਰਗਟ ਕੀਤਾ ਕਿ ਅਸੀਂ ਮਾਂ ਨੂੰ ਇੱਕ ਗ੍ਰੀਟਿੰਗ ਕਾਰਡ ਭੇਜ ਕੇ ਹੀ ਅਸੀਂ ਖੁਸ਼ ਕਰ ਲੈਂਦੇ ਹਾਂ ਕਿ ਚਿੱਠੀ ਵੀ ਨਾ ਆਪ ਲਿਖਣੀ ਪਏ। ਸੋ ਫੁੱਲ ਭੇਜ ਦਿੱਤੇ ਜਾਣ, ਚਿੱਠੀਆਂ ਗ੍ਰੀਟਿੰਗ ਕਾਰਡ ਭੇਜ ਦਿੱਤੇ ਜਾਣ। ਸੋ ਇਸ ਨੂੰ ਹਾਲਮਾਰਕ ਹੌਲੀਡੇ ਵੀ ਕਹਿਣ ਲੱਗ ਗਿਆ, ਕਿਉਂਕਿ ਹਾਲਮਾਰਕ ਇੱਕ ਕਾਰਡ ਦੀ ਛਪਾਉਣ ਵਾਲੀ ਕੰਪਨੀ ਹੈ। ਸੋ ਉਸ ਕੰਪਨੀ ਦੇ ਕਮਰਸ਼ੀਅਲ ਇੰਟਰਸਟ ਜਿਵੇਂ ਵਾਚ ਕੀਤੇ ਜਾ ਰਹੇ ਹੋਣ, ਇਹ ਕਹਿਣ ਲੱਗੇ ਇੱਥੋਂ ਤੱਕ ਗੱਲ ਨੌਬਤ ਪਹੁੰਚ ਗਈ। ਸੋ ਸਾਨੂੰ ਫਰਜ਼ ਬਣਦਾ ਹੈ ਕਿ ਅਸੀਂ ਮਾਂ ਨੂੰ ਯਾਦ ਕਰੀਏ, ਕਮਰਸ਼ੀਅਲ ਇੰਟਰਸਟ ਨੂੰ ਪਾਸੇ ਰੱਖ ਕੇ ਮਾਂ ਦਾ ਪਵਿੱਤਰ ਪਿਆਰ ਹੈ ਜਿਹੜਾ ਉਸ ਨੂੰ ਯਾਦ ਰੱਖੀਏ, ਸਿਰਫ ਇਸ ਦਿਨ ਹੀ ਨਹੀਂ, ਹਮੇਸ਼ਾ ਤੇ ਹਮੇਸ਼ਾ ਲਈ। ਜੀ ਬਿਲਕੁਲ, ਅੱਜ ਦਾ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ ਇੱਥੇ, ਉਹ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੱਜ ਇਹ ਮਦਰਸ ਡੇ ਦਾ ਮਨਾਇਆ ਜਾ ਰਿਹਾ ਹੈ, ਚਾਹੇ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ, ਇਹ ਸਿਰਫ ਅੱਜ ਦੇ ਦਿਨ ਇੱਕ ਵਿਸ਼ੇਸ਼ ਭੇਜਣ ਤੱਕ ਸੀਮਤ ਸਾਡਾ ਨਹੀਂ ਰਹਿਣਾ ਚਾਹੀਦਾ। ਸਾਡਾ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਅੱਜ ਦੇ ਦਿਨ ਇੱਕ ਖਾਸ ਤਰੀਕੇ ਨਾਲ ਅਗਰ ਮਨਾ ਰਹੇ ਹਾਂ ਤੇ ਅਸੀਂ ਕੀਤੇ ਹੋਏ ਪਰਉਪਕਾਰਾਂ ਦੇ, ਜਿਹੜੇ ਮਾਂ ਸਾਡੇ ਉੱਤੇ ਪਰਉਪਕਾਰ ਕਰਦੀ ਹੈ ਪੂਰੀ ਜ਼ਿੰਦਗੀ ਇੱਕ ਨਿਸ਼ਕਾਮ ਭਾਵ ਨਾਲ ਸਾਡੇ ਲਈ ਪੂਰੀ ਜ਼ਿੰਦਗੀ ਆਪਣੀ ਨਿਛਾਵਰ ਕਰ ਦਿੰਦੀ ਹੈ, ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਸਿਰਫ ਵਿਸ਼ੇਸ਼ ਤੱਕ ਸੀਮਿਤ ਨਾ ਰੱਖ ਕੇ ਅਸਲ ਵਿੱਚ ਮਾਂ ਦੇ ਪਰਉਪਕਾਰਾਂ ਨੂੰ ਅੱਜ ਦੇ ਦਿਨ ਯਾਦ ਕਰੀਏ। ਤੇ ਜਿਸ ਤਰ੍ਹਾਂ ਗੁਰਲਾਲ ਸਿੰਘ ਜੀ ਅੱਜ ਜਿਸ ਤਰ੍ਹਾਂ ਪ੍ਰਭਜੋਤ ਕੌਰ ਜੀ ਸਾਨੂੰ ਇਤਿਹਾਸ ਦੇ ਬਾਰੇ ਜਾਣੂ ਕਰਾਇਆ ਇਸ ਦੇ, ਤੇ ਗੁਰਬਾਣੀ ਦੇ ਅਨੁਸਾਰ ਅਸੀਂ ਗੱਲ ਕਰੀਏ ਤੇ ਮਾਂ ਦੀ ਕੀ ਮਹੱਤਤਾ ਹੈ ਇੱਕ ਜੀਵਨ ਦੇ, ਇੱਕ ਮਨੁੱਖ ਦੇ ਜੀਵਨ ਵਿੱਚ? ਹਾਂਜੀ, ਮਾਂ ਇੱਕ ਮਮਤਾ ਦਾ ਨਾਮ ਹੈ, ਮਾਂ ਇੱਕ ਪਹਿਲੇ ਸਕੂਲ ਦਾ ਨਾਮ ਹੈ, ਮਾਂ ਇੱਕ ਪਹਿਲੀ ਖੁਰਾਕ ਦਾ ਨਾਮ ਹੈ, ਮਾਂ ਇੱਕ ਪਹਿਲੀ ਉਂਗਲ ਦਾ ਨਾਮ ਹੈ, ਜਿਹੜੀ ਉਂਗਲ ਨੂੰ ਫੜ ਕੇ ਬੱਚਾ ਸਮਾਜ ਦੇ ਵਿੱਚ ਚੱਲਣ ਦੀ ਜਾਚ ਸਿੱਖਦਾ ਹੈ। ਮਾਤਾ ਪਿਤਾ ਦੇ ਗਹਿਰੇ ਰਿਸ਼ਤੇ ਤੋਂ ਇਹ ਮਨੁੱਖੀ ਜਾਮੇ ਦਾ ਜਨਮ ਹੁੰਦਾ ਹੈ, ਤੇ ਮਾਂ ਦੀ ਜਿਹੜੀ ਮਨੁੱਖ ਦੇ ਜੀਵਨ ਦੇ ਵਿੱਚ ਮਹਾਨਤਾ ਹੈ, ਇਹ ਬਹੁਤ ਵੱਡੀ ਮਹਾਨਤਾ ਹੈ। ਹਰੇਕ ਵਿਦਵਾਨ ਨੇ ਮਾਂ ਦੇ ਬਾਰੇ ਲਿਖਿਆ ਹੈ। ਜਿਵੇਂ ਗੁਰਬਾਣੀ ਦੇ ਵਿੱਚ ਕਈ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਭਗਤ ਫਰੀਦ ਜੀ ਦੀ ਉਦਾਹਰਨ ਲੈ ਲਈਏ ਕਿ ਭਗਤ ਫਰੀਦ ਜੀ ਜਿਸ ਵੇਲੇ ਛੋਟੇ ਜਿਹੇ ਸੀ,
ਬਚਪਨ ਦੇ ਵਿੱਚ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਥੋੜੀ ਜਿਹੀ ਸ਼ੱਕਰ ਦੇ ਕੇ ਮਸਾਲੇ ਦੇ ਥੱਲੇ ਹਰ ਵੇਲੇ ਰੋਜ਼ ਸ਼ੱਕਰ ਰੱਖਣੀ, ਔਰ ਭਗਤ ਫਰੀਦ ਜੀ ਨੇ ਉਹ ਸ਼ੱਕਰ ਦੇ ਲਾਲਚ ਦੇ ਵਿੱਚ ਆ ਕੇ ਤੇ ਪ੍ਰਮਾਤਮਾ ਦਾ ਨਾਮ ਜਪਣਾ, ਉਸ ਮਾਲਕ ਨੂੰ ਚੇਤੇ ਕਰਨਾ। ਸਹਿਜੇ ਇੱਕ ਦਿਨ ਮਾਂ ਸ਼ੱਕਰ ਰੱਖਣੀ ਭੁੱਲ ਗਈ। ਫਿਰ ਜਦੋਂ ਸ਼ੱਕਰ ਰੱਖਣੀ ਭੁੱਲੀ ਤੇ ਉਸੇ ਹੀ ਨਾਮ ਦੇ ਵਿੱਚੋਂ ਇੰਨਾ ਰਸ ਆਇਆ ਤੇ ਮਾਂ ਨੇ ਜਿਸ ਵੇਲੇ ਬਾਬਾ ਫਰੀਦ ਜੀ ਨੂੰ ਕਿਹਾ ਕਿ ਬੇਟਾ ਅੱਜ ਮੈਂ ਕੁਝ ਭੁੱਲ ਗਈ ਆ, ਤੇ ਉਸ ਵੇਲੇ ਕਹਿ ਦਿੱਤਾ ਮਾਂ ਜਿਹੜਾ ਤੂੰ ਸ਼ੱਕਰ ਰੱਖਦੀ ਸੀ, ਜਿਸ ਤਰੀਕੇ ਦੇ ਨਾਲ ਤੂੰ ਮੈਨੂੰ ਜੋੜਿਆ ਸੀ, ਉਹ ਬਹੁਤ ਹੀ ਅੱਛਾ ਤਰੀਕਾ ਹੈ। ਤੇ ਪਰਮਾਤਮਾ ਵਾਹਿਗੁਰੂ ਨੇ ਅੱਜ ਨਾਮ ਦੇ ਵਿੱਚੋਂ ਇਹੋ ਜਿਹਾ ਰਸ ਦਿੱਤਾ ਹੈ ਕਿ ਹੁਣ ਮੈਨੂੰ ਸ਼ੱਕਰ ਦੀ, ਹੁਣ ਮੈਨੂੰ ਖੰਡ ਦੀ, ਹੁਣ ਕਿਸੇ ਦੁਨਿਆਵੀ ਮਿੱਠੇ ਦੀ ਲੋੜ ਨਹੀਂ। ਪਰਮਾਤਮਾ ਦੇ ਨਾਮ ਦੇ ਵਿੱਚੋਂ ਬਹੁਤ ਰਸ ਆ ਗਿਆ। ਭਗਤ ਫਰੀਦ ਜੀ ਦੇ ਹੀ ਪਾਵਨ ਪਵਿੱਤਰ ਅਸੀਂ ਬੋਲ ਪੜ੍ਹਦੇ ਹਾਂ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਕਿ ਜਿਹੜੇ ਜੀਵ ਸੰਸਾਰ ਦੇ ਵਿੱਚ ਆ ਕੇ ਤੇ ਪਰਮਾਤਮਾ ਦੀ ਸਿਫਤੋ ਸਲਾਹ ਕਰਦੇ ਨੇ, ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਧਨ ਹੈ। ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਦਾ ਅਤੀ ਸਤਿਕਾਰ ਹੈ। ਉਹ ਮਾਤਾ ਵੱਡੇ ਭਾਗਾਂ ਵਾਲੀ ਹੈ। ਗੁਰਬਾਣੀ ਦੇ ਵਿੱਚ ਅਸੀਂ ਅਨੇਕਾਂ ਹਵਾਲੇ ਪੜ੍ਹਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਥਾਂ ਤੇ ਸਮਝਾਇਆ ਹੈ, ਮਾਂ ਕਿਸੇ ਵੱਖ-ਵੱਖ ਰੂਪ ਦੇ ਵਿੱਚ ਹੋ ਸਕਦੀ ਹੈ। ਮਾਂ ਇੱਕ ਪੰਛੀਆਂ ਦੀ ਮਾਂ, ਜਾਂ ਪਸ਼ੂਆਂ ਦੀ ਮਾਂ, ਜਾਂ ਫਿਰ ਆਪਾਂ ਮਨੁੱਖਾਂ ਦੀ ਮਾਂ ਦੀ ਗੱਲ ਕਰ ਲਈਏ। ਗੁਰਬਾਣੀ 'ਚ ਜੇ ਕਿਤੇ ਪ੍ਰੀਤ ਦੀ, ਪਿਆਰ ਦੀ ਉਦਾਹਰਨ ਦਿੱਤੀ ਹੈ ਤੇ ਉੱਥੇ ਗੁਰਬਾਣੀ ਦੇ ਵਿੱਚ ਮਾਂ ਦੀ ਉਦਾਹਰਨ ਦਿੱਤੀ ਹੈ। ਜਿਵੇਂ ਭਗਤ ਨਾਮਦੇਵ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਨ ਛਾਡੀ ਅਲੇ, 5 ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ। ਕਹਿੰਦੇ ਹੁਣ ਗਾਂ ਨੂੰ ਆਪਾਂ ਦੇਖਾਂਗੇ, ਦੇਖਣ ਨੂੰ ਇੱਕ ਪਸ਼ੂ ਜਾਪਦਾ ਹੈ, ਪਰ ਥੋੜੀ ਜਿੱਥੇ ਉਹਦਾ ਬੱਚਾ ਬੰਨਿਆ ਹੋਇਆ ਹੈ, ਵੱਛਾ ਬੰਨਿਆ ਹੋਇਆ ਹੈ, ਉਸ ਤੋਂ ਥੋੜੀ ਦੂਰੀ ਤੇ ਗਾਂ ਜਿਹੜੀ ਉਹ ਚਰਨ ਵਾਸਤੇ, ਆਪਣੇ ਪੇਟ ਦੀ ਭੁੱਖ ਦੂਰ ਕਰਨ ਵਾਸਤੇ ਜਾਂਦੀ ਹੈ, ਪਰ ਜਿਹੜਾ ਉਹਦਾ ਧਿਆਨ ਹੈ ਉਹ ਆਪਣੇ ਬੱਚੇ ਦੇ ਵਿੱਚ, ਉਹ ਆਪਣੇ ਬਸ਼ਰੇ ਦੇ ਵਿੱਚ ਹੁੰਦਾ ਹੈ। ਹਰ ਵੇਲੇ ਧਿਆਨ ਉਹ ਇਧਰਲੀ ਸਾਈਡ ਰੱਖਦੀ ਹੈ। ਹੋਰ ਵੀ ਗੁਰਬਾਣੀ ਦੇ ਵਿੱਚ ਅਨੇਕਾਂ ਸਾਨੂੰ ਉਦਾਹਰਨਾਂ ਮਿਲ ਜਾਂਦੀਆਂ ਨੇ। ਤੇ ਮਾਂ ਦਾ ਜਿਹੜਾ ਰਿਸ਼ਤਾ ਹੈ ਇਹ ਬਹੁਤ ਗਹਿਰਾ, ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਬਹੁਤ ਹੀ, ਇਸ ਮਾਤਾ ਦੇ ਰਿਸ਼ਤੇ ਤੋਂ ਹੋਰ ਕਿਸੇ ਦਾ ਕੋਈ ਨੇੜਲਾ ਰਿਸ਼ਤਾ ਨਹੀਂ ਹੋ ਸਕਦਾ। ਜੀ ਬਿਲਕੁਲ, ਅਸੀਂ ਇਹ ਜ਼ਿਕਰ ਵੀ ਆਂਦਾ ਹੈ ਹਰ ਜਗ੍ਹਾ ਕਿ ਕਹਿੰਦੇ ਜਿਸ ਤਰ੍ਹਾਂ ਇੱਕ ਮਾਂ ਦਾ ਕਿਰਦਾਰ ਹੁੰਦਾ ਹੈ, ਉਹ ਹਮੇਸ਼ਾ ਦੇਣ ਦੇ ਲਈ ਹੋਇਆ ਹੈ। ਮਾਂ ਨੇ ਹਮੇਸ਼ਾ ਆਪਣੇ ਪੁੱਤਰਾਂ ਨੂੰ, ਆਪਣੀ ਔਲਾਦਾਂ ਨੂੰ ਹਮੇਸ਼ਾ ਦਿੱਤਾ ਹੈ, ਕੁਝ ਹਮੇਸ਼ਾ ਮੰਗਿਆ ਨਹੀਂ ਹੈ। ਤੇ ਇਹ ਹੈ ਇੱਕ ਅਸੀਂ ਕਹਿ ਸਕਦੇ ਹਾਂ ਰਿਜ਼ੈਂਬਲੈਂਸ ਪਰਮਾਤਮਾ ਦੇ ਨਾਲ ਵੀ। ਪਰਮਾਤਮਾ ਵੀ ਸਾਡੇ ਕੋਲ ਕੁਝ ਮੰਗਦਾ ਨਹੀਂ ਹੈ, ਪਰਮਾਤਮਾ ਵੀ ਸਿਰਫ ਸਾਨੂੰ ਦਿੰਦਾ ਹੈ, ਦਾਤਾ ਪ੍ਰਦਾਨ ਕਰਦਾ ਹੈ। ਤੇ ਉਸੇ ਦਾ ਰੂਪ ਮਾਂ ਨੂੰ ਜਾਣਿਆ ਜਾਂਦਾ ਹੈ। ਮਾਂ ਦਾ ਪਿਆਰ, ਮਾਂ ਦਾ ਦੁਲਾਰ ਹਰ ਮਨੁੱਖ ਨੂੰ ਮਿਲਦਾ ਹੈ, ਕਈ ਮਨੁੱਖਾਂ ਨੂੰ ਨਹੀਂ ਵੀ ਮਿਲਦਾ, ਪਰ ਜਿਨ੍ਹਾਂ ਨੂੰ ਇਹ ਜਿਹੜੇ ਕਿਸਮਤ ਵਾਲੇ ਹੁੰਦੇ ਨੇ, ਉਹਨਾਂ ਨੂੰ ਇਸ ਪਿਆਰ ਤੇ ਦੁਲਾਰ ਨੂੰ, ਇਸ ਪਿਆਰ ਤੇ ਦੁਲਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਤੇ ਜੇਕਰ ਅਸੀਂ ਮਾਂ ਦਾ ਪਰਉਪਕਾਰਾਂ ਦੀ ਗੱਲ ਕਰੀਏ, ਮਾਂ ਦੇ ਅਸੀਸਾਂ ਦੀ ਗੱਲ ਕਰੀਏ, ਤਾਂ ਅਸੀਂ ਕਿਤੇ ਨਾ ਕਿਤੇ ਉਹਨਾਂ ਦੇ ਅਹਿਸਾਨਾਂ ਦੇ ਅੱਗੇ ਦਬ ਜਾਂਦੇ ਹਾਂ। ਮਾਂ ਹੈ ਉਹ ਮਨੁੱਖ ਦੇ ਕਿਰਦਾਰ ਦੀ ਸਿਰਜਣਾ ਕਰਦੀ ਹੈ। ਜਿਹੜਾ ਮਨੁੱਖ ਵੱਡੇ ਵੱਡੇ ਉੱਚੇ ਉੱਚੇ ਅਹੁਦਿਆਂ ਤੇ ਕੰਮ ਕਰਦਾ ਹੈ, ਉਹ ਮਨੁੱਖ ਕਿਤੇ ਨਾ ਕਿਤੇ ਮਾਂ ਦਾ ਦੇਣਹਾਰ ਹੁੰਦਾ ਹੈ। ਮਾਂ ਹੀ ਹੈ ਜਿਹੜੀ ਉਸ ਦੇ ਗੁਣਾਂ ਦੀ ਸੰਰਚਨਾ ਕਰਦੀ ਹੈ। ਜੇਕਰ ਕੋਈ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ ਨਾ, ਤਾਂ ਕਹਿੰਦੇ ਨੇ ਮਾਂ ਨੇ ਇਸ ਨੂੰ ਚੰਗੀ ਸਿੱਖਿਆ ਦਿੱਤੀ ਹੈ। ਤੇ ਇਸ ਲਈ ਅੱਜ ਅਸੀਂ ਆਪਣੇ ਧਰਮ ਵਿਚਾਰ ਵਿੱਚ ਵੀ ਇਹੀ ਵਿਚਾਰਾ ਕਰ ਰਹੇ ਹਾਂ ਕਿ ਮਾਂ ਦਾ ਕਿਰਦਾਰ, ਮਾਂ ਦਾ ਪਰਉਪਕਾਰ ਕਿਸ ਤਰ੍ਹਾਂ ਦਾ ਰਹਿ ਜਾਂਦਾ ਹੈ। ਤੇ ਸਾਡੇ ਨਾਲ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਮੌਜੂਦ ਨੇ ਪ੍ਰਭਜੋਤ ਕੌਰ ਜੀ, ਉਹਨਾਂ ਦੇ ਵੱਲ ਚੱਲਦੇ। ਪ੍ਰਭਜੋਤ ਕੌਰ ਜੀ, ਜਿਸ ਤਰ੍ਹਾਂ ਅੱਜ ਦੇ ਅਗਰ ਅਸੀਂ ਕੰਟੈਕਸਟ ਵਿੱਚ ਗੱਲ ਕਰਨੇ ਹਾਂ ਮਾਂ ਦੇ ਬਾਰੇ, ਤਾਂ ਸਭ ਤੋਂ ਪਹਿਲਾਂ ਅਸੀਂ ਜੇਕਰ ਇਹ ਦੇਖੀਏ ਕਿ ਮਨੁੱਖ ਦੇ ਜੀਵਨ ਵਿੱਚ ਮਾਂ ਦੀ ਕਿਸ ਤਰ੍ਹਾਂ ਅਹਿਮੀਅਤ ਵੱਧ ਜਾਂਦੀ ਹੈ। ਜਦ ਅਸੀਂ ਦੇਖਦੇ ਹਾਂ ਅੱਜ ਪਦਾਰਥਵਾਦੀ ਯੁੱਗ ਹੈ, ਮਨੁੱਖ ਆਪਣੇ ਰਿਸ਼ਤਿਆਂ ਨਾਲੋਂ ਜ਼ਿਆਦਾ ਪਦਾਰਥਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ, ਤਦ ਉਸ ਮਾਂ ਦਾ ਜਿਹੜਾ ਨਿਸ਼ਕਾਮ ਪਿਆਰ ਹੈ ਉਹ ਕਿੱਥੇ ਖੜਾ ਹੁੰਦਾ, ਅਸੀਂ ਕਹਿ ਸਕਦੇ ਹਾਂ। ਦੇਖੋ ਜੀ, ਅੱਜ ਜਿਹੜਾ ਜ਼ਮਾਨਾ ਹੈ ਉਹ
ਐਵੋਲੂਸ਼ਨ ਦਾ ਹੈ। ਪੱਛਮ ਦੇ ਵਿੱਚ ਇੱਕ ਬੜੀ ਲਹਿਰ ਚੱਲ ਰਹੀ ਐਵੋਲੂਸ਼ਨਰੀ ਐਨਲਾਈਟਨਮੈਂਟ। ਮਨੁੱਖ ਪਦਾਰਥਵਾਦ ਦੀ ਦੌੜ ਦੇ ਵਿੱਚ ਬਹੁਤ ਅੱਗੇ ਲੰਘ ਗਿਆ ਹੈ, ਪਰ ਉਸ ਅੱਗੇ ਲੰਘਣ ਤੋਂ ਬਾਅਦ ਉਹ ਆਪਣੇ ਜੀਵਨ ਦੇ ਵਿੱਚ ਇੱਕ ਖਲਾ ਮਹਿਸੂਸ ਕਰ ਰਿਹਾ ਹੈ। ਉਹ ਖਲਾ ਜੋ ਹੈ ਉਹ ਸਪਿਰਿਚੁਅਲਿਜ਼ਮ ਹੀ ਹੈ, ਜਿਹੜੀ ਸਪਿਰਿਚੁਅਲਿਟੀ ਹੈ ਉਹ ਹੀ ਪੂਰਾ ਕਰ ਸਕਦੀ ਹੈ। ਪਿੱਛੇ ਜੇ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ ਜਿਹਦੇ ਵਿੱਚ ਇੱਕ ਐਵੋਲੂਸ਼ਨਰੀ ਮਦਰ